ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਇੱਕ ਅਜਿਹੇ ਮੁੱਦੇ ਬਾਰੇ ਗੱਲ ਕਰਾਂਗੇ ਜਿਸ ਮੁੱਦੇ ਕਰਕੇ ਜਾਂ ਜਿਸ ਕਰਕੇ ਕਹਿ ਦਈਏ ਸਾਡੇ ਪੰਜਾਬ ਨੂੰ, ਸਾਡੇ ਖੁਸ਼ਹਾਲ ਪੰਜਾਬ ਨੂੰ ਜਿਹੜਾ ਹੈਗਾ ਦੁਨੀਆ ਭਰ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਨਮੋਸ਼ੀ ਨਾਲ ਚੱਲਣਾ ਪੈਂਦਾ ਹੈ। ਲਗਾਤਾਰ ਕਿਹਾ ਜਾਂਦਾ ਹੈ ਵੀ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਉਸਦੇ ਸਿਰ 'ਤੇ ਖਰਾਬ ਹੁੰਦੀ ਜਾ ਰਹੀ ਹੈ, ਬਦਨਾਮ ਹੁੰਦੀ ਜਾ ਰਹੀ ਹੈ। ਜੀ ਹਾਂ ਦੋਸਤੋ, ਉਹ ਹੈ ਨਸ਼ਿਆਂ ਦਾ ਮੁੱਦਾ। ਜਿਵੇਂ ਕਿ ਆਪਣੇ ਸਭ ਦੇ ਸਾਹਮਣੇ ਹੀ ਹੈ, ਪੰਜਾਬ ਦੇ ਵਿੱਚ ਪਿਛਲੇ ਲਗਭਗ 2.5-3 ਦਹਾਕਿਆਂ ਤੋਂ ਨਸ਼ਿਆਂ ਦਾ ਪਸਾਰ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਸਾਡੀ ਜਵਾਨੀ 'ਤੇ ਲਗਾਤਾਰ ਇਹ ਐਲੀਗੇਸ਼ਨ ਵੀ ਲੱਗ ਰਹੇ ਨੇ ਕਿਉਂਕਿ ਸਾਡੀ ਜਵਾਨੀ ਦਾ ਵੱਡਾ ਹਿੱਸਾ ਨਸ਼ਿਆਂ 'ਚ ਡੁੱਬਿਆ ਹੋਇਆ। ਇਸ ਲਈ ਸਾਡੇ ਪੰਜਾਬ ਨਹੀਂ, ਭਾਰਤ ਦੇਸ਼ ਨਹੀਂ, ਦੁਨੀਆ ਭਰ 'ਚ ਕਿਹਾ ਜਾਂਦਾ ਵੀ ਕਿ ਪੰਜਾਬੀ ਨੌਜਵਾਨ ਜਿਹੜੇ ਨੇ ਉਹ ਨਸ਼ੇ ਕਰਨ ਦੇ ਆਦੀ ਨੇ, ਨਸ਼ਿਆਂ 'ਚ ਡੁੱਬੇ ਹੋਏ ਨੇ। ਅਤੇ ਉਸ ਨੂੰ ਲੈ ਕੇ ਜਿਹੜਾ ਹੈ ਸਾਡੇ ਪੰਜਾਬ ਨੂੰ ਵੀ ਦੁਨੀਆ ਭਰ ਦੇ ਵਿੱਚ ਇੱਕ ਮਾੜੀ ਨਿਗਾਹ ਨਾਲ ਦੇਖਿਆ ਜਾਂਦਾ ਹੈ, ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਜਿਸ ਕਰਕੇ ਕਈ ਤਰ੍ਹਾਂ ਦੀ ਦਿੱਕਤਾਂ ਦਾ, ਕਈ ਤਰ੍ਹਾਂ ਦੀ ਔਕੜਾਂ ਦਾ ਸਾਡੇ ਪੰਜਾਬ ਨੂੰ ਸਾਹਮਣਾ ਕਰਨਾ ਪੈਂਦਾ। ਪਰ ਗੱਲ ਕਰੀਏ, ਜਿਵੇਂ ਕਿ ਦੱਸਿਆ 2.5 ਦਹਾਕਿਆਂ ਤੋਂ 3 ਦਹਾਕਿਆਂ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਪਸਾਰ ਜਿਹੜਾ ਸ਼ੁਰੂ ਹੋਇਆ ਅਤੇ ਹੁਣ ਜਿਹੜੀ ਹੈਗੀ ਸਮੇਂ ਦੇ ਨਾਲ ਨਾਲ ਕਈ ਸਰਕਾਰਾਂ ਪਹਿਲਾਂ ਆਈਆਂ ਜਿਨ੍ਹਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ, ਨਸ਼ਿਆਂ ਦੀ ਠੱਲ ਪਾਉਣ ਲਈ ਵੱਡੇ ਵੱਡੇ ਐਲਾਨ, ਵੱਡੇ ਵੱਡੇ ਦਾਅਵੇ ਕੀਤੇ ਗਏ, ਪਰ ਕਦੇ ਵੀ ਉਹ ਕਾਮਯਾਬ ਨਹੀਂ ਹੋ ਸਕੀ। ਨਾ ਤਾਂ ਸਾਡੇ ਨੌਜਵਾਨੀ ਨੂੰ ਨਸ਼ਿਆਂ 'ਚੋਂ ਬਾਹਰ ਕੱਢ ਸਕੀ ਹੈ ਅਤੇ ਨਾ ਹੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਆਮਦ ਹੈ ਜਾਂ ਨਸ਼ਿਆਂ ਦਾ ਜਿਹੜਾ ਸਪਲਾਈ ਹੈ ਉਸ ਨੂੰ ਖ਼ਤਮ ਕਰ ਸਕੀ ਹੈ, ਉਸ ਨੂੰ ਸਪਲਾਈ ਲਾਈਨ ਨੂੰ ਤੋੜ ਸਕੀ ਹੈ। ਪਰ ਗੱਲ ਕਰੀਏ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਜਿਹੜੇ ਨੇ ਸਪਲਾਈ ਕੀਤੇ ਗਏ ਨੇ, ਪਰ ਸਾਡੀਆਂ ਸਰਕਾਰਾਂ ਉਸ ਨੂੰ ਕਿਤੇ ਨਾ ਕਿਤੇ ਜੇ ਕਹੀਏ ਉਸ ਨੂੰ ਰੋਕਣ 'ਚ ਕਾਮਯਾਬ ਹੋ ਸਕੀਆਂ ਨੇ, ਉਸ ਨੂੰ ਫੜਨ 'ਚ ਕਾਮਯਾਬ ਹੋ ਸਕੀਆਂ ਨੇ। ਅਤੇ ਉਹ ਕੋਈ ਥੋੜ੍ਹੀ ਮੋਟੀ ਜਿਹੜੀ ਹੈਗੀ ਹੈ, ਛੋਟੀ ਮੋਟੀ ਖੇਪ ਨਹੀਂ ਸੀ, ਨਸ਼ਿਆਂ ਦੀ ਇੱਕ ਵੱਡੀ ਖੇਪ ਸੀਗੀ ਜੋ ਕਿ ਪੰਜਾਬ ਦੇ ਵਿੱਚ ਸਪਲਾਈ ਕੀਤੀ ਜਾ ਰਹੀ ਸੀ। ਪਰ ਸਾਡੀ ਪੰਜਾਬ ਪੁਲਿਸ ਦੀ ਸੂਹ ਦੇ ਆਧਾਰ 'ਤੇ ਜਿਹੜਾ ਹੈਗਾ ਹੋਰ ਕੇਂਦਰੀ ਜਾਂਚ ਏਜੰਸੀਆਂ ਵੱਲੋਂ, ਹੋਰ ਸੂਬਿਆਂ ਦੀ ਪੁਲਿਸ ਵੱਲੋਂ ਜਿਹੜਾ ਹੈਗਾ ਉਸ ਖੇਪ ਨੂੰ ਜਿਹੜਾ ਹੈ ਪੰਜਾਬ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਗਿਆ, ਕਾਬੂ ਕਰ ਲਿਆ ਗਿਆ, ਜਿਸ ਕਰਕੇ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦੀ ਵੱਡੀ ਸਪਲਾਈ ਲਾਈਨ ਤੋੜੀ ਜਾ ਚੁੱਕੀ ਹੈ। ਅਤੇ ਉਸ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੀ ਸਪਲਾਈ ਸੀ ਉਹ ਨਹੀਂ ਹੋ ਸਕੀ ਅਤੇ ਸਾਡੀ ਕਿਤੇ ਨਾ ਕਿਤੇ ਜਵਾਨੀ ਨੂੰ, ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਨਸ਼ੇ ਉਹ ਸਪਲਾਈ ਹੋਣੇ ਸੀ ਉਸ 'ਚ ਵੀ ਕਿਤੇ ਨਾ ਕਿਤੇ ਰੁਕਾਵਟ ਆਈ ਹੈ, ਜੋ ਕਿ ਬਹੁਤ ਇੱਕ ਸ਼ਲਾਘਾ ਭਰਿਆ ਕੰਮ ਹੈ। ਚਾਹੇ ਇਸ ਲਈ ਪੰਜਾਬ ਸਰਕਾਰ ਨੂੰ ਕਹੀਏ, ਪੰਜਾਬ ਪੁਲਿਸ ਨੂੰ ਕਹੀਏ ਜਾਂ ਗੁਜਰਾਤ ਪੁਲਿਸ ਹੋ ਗਈ, ਹੋਰ ਕੇਂਦਰੀ ਜਾਂਚ ਏਜੰਸੀਆਂ ਹੋ ਗਈਆਂ, ਸਾਰੀ ਸ਼ਲਾਘਾਯੋਗ ਹੈ ਜਿਨ੍ਹਾਂ ਨੇ ਜਿਹੜਾ ਹੈ ਇਹ ਇੱਕ ਵੱਡੀ ਖੇਪ ਨੂੰ ਪੰਜਾਬ ਤੱਕ ਜਾਂ ਭਾਰਤ ਦੇ ਵਿੱਚ ਪਹੁੰਚਣ ਤੋਂ ਰੋਕਿਆ। ਦੋਸਤੋ ਗੱਲ ਕਰੀਏ ਤਾਂ ਪਿਛਲੇ 3-4 ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਲਗਭਗ 148 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਹੈਗੀ ਹੈ ਉਹ ਦੇਸ਼ ਦੀ ਬੰਦਰਗਾਹਾਂ ਤੋਂ ਫੜੀ ਜਾ ਚੁੱਕੀ ਹੈ। ਪਹਿਲਾਂ ਦੇਖੀਏ ਤਾਂ ਗੁਜਰਾਤ ਦੀ ਜਿਹੜੀ ਮੁੰਦਰਾ ਬੰਦਰਗਾਹ ਤੋਂ ਜਿਹੜਾ 75 ਕਿਲੋ ਦੇ ਕਰੀਬ ਹੈਰੋਇਨ ਫੜੀ ਗਈ, ਜਿਸ ਦੀ ਕੀ ਕੀਮਤ ਬਾਜ਼ਾਰ ਦੇ ਵਿੱਚ 375 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਉਹ ਜਿਹੜੀ ਖੇਪ ਸੀਗੀ ਕੱਪੜਿਆਂ ਦੇ ਕੰਟੇਨਰ 'ਚ ਜਿਹੜੀ ਲੁਕੋ ਕੇ ਸਪਲਾਈ ਕੀਤੀ ਜਾ ਰਹੀ ਸੀ ਅਤੇ ਉਹ ਕਿਤੇ ਜੋ ਹੁਣ ਤੱਕ ਪਤਾ ਲੱਗ ਰਿਹਾ ਕੱਪੜੇ ਜਿਹੜੇ ਮਲੇਰਕੋਟਲੇ ਦੇ ਕਾਰੋਬਾਰੀ ਵੱਲੋਂ ਆਰਡਰ ਕੀਤੇ ਗਏ ਸੀ ਅਤੇ ਉਹ ਪੰਜਾਬ ਦੇ ਵਿੱਚ ਪਹੁੰਚਣੇ ਸੀ। ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਮੁੰਬਈ ਦੀ ਬੰਦਰਗਾਹ ਤੋਂ ਵੀ ਜਿਹੜਾ ਹੈ ਲੰਘੇ ਦਿਨ 73 ਕਿਲੋ ਹੈਰੋਇਨ ਜਿਹੜੀ ਹੈਗੀ ਹੈ ਫੜੀ ਗਈ ਹੈ। ਇਸ ਤਰ੍ਹਾਂ ਪੰਜਾਬ ਪੁਲਿਸ ਦੀ ਸੂਹ 'ਤੇ ਪਿਛਲੇ 3-4 ਦਿਨਾਂ ਦੇ ਵਿੱਚ ਜਿਹੜੀ ਇਹ 148 ਕਿਲੋ ਦੇ ਕਰੀਬ ਹੈਰੋਇਨ ਹੈ, ਜਿਸ ਦੀ ਕਿ ਬਾਜ਼ਾਰੂ ਕੀਮਤ ਲਗਭਗ 700 ਕਰੋੜ ਰੁਪਏ ਦੀ ਕੀਮਤ ਕਰੀਬ ਬਣਦੀ ਹੈ, ਉਸ ਨੂੰ ਫੜਿਆ ਗਿਆ। ਅਤੇ ਇਹ ਬਹੁਤ ਹੀ ਵੱਡਾ ਜਿਹੜਾ ਹੈਗਾ ਸ਼ਲਾਘਾਯੋਗ ਕਦਮ ਹੈ। ਦੋਸਤੋ ਉਰੇ ਵੱਡੀ ਗੱਲ ਇਹ ਖੜੀ ਹੁੰਦੀ ਹੈ ਵੀ ਪਹਿਲਾਂ ਦੇਖਦੇ ਹਾਂ ਵੀ ਕਿ ਸ਼ੁਰੂ ਤੋਂ ਇੱਕ ਚੀਜ਼ ਹੈ ਸਾਹਮਣੇ ਆਉਂਦੀ ਹੈ ਵੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਸਪਲਾਈ ਆ ਉਹ ਅਕਸਰ ਅਫਗਾਨਿਸਤਾਨ, ਪਾਕਿਸਤਾਨ ਜਾਂ ਹੋਰ ਵਿਦੇਸ਼ਾਂ ਤੋਂ ਜਿਹੜੀ ਹੈਗੀ ਕੀਤੀ ਜਾਂਦੀ ਹੈ, ਪਰ ਮੁੱਖ ਤੌਰ 'ਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਰਾਹੀਂ ਜਿਹੜੀ ਹੈਗੀ ਆ ਇੱਧਰੋਂ ਪੰਜਾਬ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ। ਅਤੇ ਪਹਿਲਾਂ ਉਹ ਜਿਹੜੀ ਸਪਲਾਈ ਸੀਗੀ ਬਾਰਡਰ 'ਤੇ ਪਰਲੇ ਪਾਸੋਂ, ਚਾਹੇ ਉਹ ਸੁੱਟ ਕੇ ਕੀਤੀ ਜਾਂਦੀ ਸੀ, ਚਾਹੇ ਉਹ ਆਰਮੀ ਨਾਲ, ਮਿਲਟਰੀ ਨਾਲ, ਫੌਜ ਨਾਲ ਜਿਹੜੀ ਮਿਲੀ ਭੁਗਤ ਨਾਲ ਕੀਤੀ ਜਾਂਦੀ ਸੀ ਜਾਂ ਹੋਰ ਕਿਸੇ ਢੰਗ ਤਰੀਕੇ ਨਾਲ ਕੀਤੀ ਜਾਂਦੀ ਸੀ। ਪਰ ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ ਦੇ ਬਾਰਡਰਾਂ 'ਤੇ, ਦੇਸ਼ ਦੀ ਸਰਹੱਦਾਂ 'ਤੇ ਜਿਸ ਤਰ੍ਹਾਂ ਦੀ ਸਖਤੀ ਹੋਈ ਹੈ, ਜਿਸ ਤਰ੍ਹਾਂ ਦਾ ਜਿਹੜਾ ਹੈਗਾ ਰਾਹ ਪੁਲਿਸ ਨੇ ਫੜਿਆ, ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਦੇਸ਼ ਦੇ ਬਾਰਡਰਾਂ ਤੋਂ ਇਹ ਸਪਲਾਈ ਕਿਤੇ ਨਾ ਕਿਤੇ ਘਟ ਗਈ ਹੈ। ਇਹ ਸਪਲਾਈ ਲਾਈਨ ਟੁੱਟਦੀ ਦਿਖਾਈ ਦੇ ਰਹੀ ਹੈ। ਪਰ ਹੁਣ ਜਿਹੜਾ ਇਹ ਨਸ਼ੇ ਦੇ ਸੌਦਾਗਰ ਨੇ, ਨਸ਼ੇ ਦੇ ਕਾਰੋਬਾਰੀ ਨੇ,
ਇਹਨਾਂ ਨੇ ਬਾਰਡਰਾਂ ਤੋਂ ਜਦੋਂ ਕਾਮਯਾਬ ਨਹੀਂ ਹੋ ਪਾ ਰਹੇ ਤਾਂ ਇਹਨਾਂ ਨੇ ਬੰਦਰਗਾਹਾਂ ਦਾ ਰਸਤਾ ਜਿਹੜਾ ਹੈਗਾ ਫੜ ਲਿਆ, ਕਿਉਂਕਿ ਕਿਤੇ ਨਾ ਕਿਤੇ ਬੰਦਰਗਾਹਾਂ ਤੋਂ ਚੀਜ਼ ਜਿਹੜੀ ਹੈਗੀ ਹੈ, ਕੋਈ ਵੀ ਚੀਜ਼ ਜਿਹੜੀ ਹੈਗੀ ਗੈਰ ਕਾਨੂੰਨੀ ਨਜਾਇਜ਼ ਚੀਜ਼ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ ਪਹੁੰਚਾਉਣੀ ਬਹੁਤ ਹੀ ਸੌਖੀ ਰਹਿੰਦੀ ਹੈ। ਅਤੇ ਉਸੇ ਕਰਕੇ ਹੁਣ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਾਡੇ ਭਾਰਤ ਦੇਸ਼ 'ਚ, ਸਾਡੇ ਪੰਜਾਬ ਲਈ ਕਹਿ ਦਈਏ ਵੀ ਕਿ ਨਸ਼ਿਆਂ ਦੀ ਸਪਲਾਈ ਲਾਈਨ ਜਿਹੜੀ ਹੈਗੀ ਹੈ ਬੰਦਰਗਾਹਾਂ ਰਾਹੀਂ ਹੋ ਰਹੀ ਹੈ। ਪਰ ਸਾਡੀ ਪੰਜਾਬ ਪੁਲਿਸ, ਸਾਡੇ ਕੇਂਦਰੀ ਜਾਂਚ ਏਜੰਸੀਆਂ ਜਿਹੜੀਆਂ ਹੈਗੀਆਂ, ਉਹਨਾਂ ਦੇ ਆਪਸੀ ਤਾਲਮੇਲ ਨਾਲ ਜਿਹੜਾ ਇੱਕ ਵੱਡੀ ਇਹ ਸਪਲਾਈ ਲਾਈਨ ਟੁੱਟ ਰਹੀ ਹੈ। ਅਤੇ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਦੇਖੀਏ ਤਾਂ ਇਕੱਲੇ ਗੁਜਰਾਤ ਤੋਂ ਜਿਹੜਾ ਹੈਗਾ ਇਹ ਲਗਭਗ 411 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਹੈਗੀ ਹੈ ਇਹ ਫੜੀ ਜਾ ਚੁੱਕੀ ਹੈ। ਇਹ 3-4 ਮਹੀਨਿਆਂ ਦੇ ਵਿੱਚ ਜਿਹੜੀ ਹੈਗੀ ਹੈ ਫੜੀ ਗਈ ਹੈ, ਜਿਸ ਦੀ ਕਿ ਬਾਜ਼ਾਰੂ ਕੀਮਤ ਲਗਭਗ 3000 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਇਸ ਤੋਂ ਪਤਾ ਲੱਗਦਾ ਵੀ ਕਿ ਪੰਜਾਬ ਦੇ ਵਿੱਚ ਕਿੰਨੇ ਵੱਡੇ ਪੱਧਰ 'ਤੇ ਨਸ਼ਿਆਂ ਦੀ ਸਪਲਾਈ ਕਰਨ ਲਈ ਜਿਹੜਾ ਲਗਾਤਾਰ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ, ਪਾਕਿਸਤਾਨ, ਅਫਗਾਨਿਸਤਾਨ ਤੋਂ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਨੇ। ਪਰ ਸਾਡੀ ਪੁਲਿਸ ਨੇ ਜਿਹੜਾ ਹੈ ਇਹਨਾਂ ਨੂੰ ਫੜ ਕੇ ਇੱਕ ਵੱਡੀ ਜਿਹੜੀ ਹੈਗੀ ਹੈ ਕਾਮਯਾਬੀ ਹਾਸਲ ਕੀਤੀ ਹੈ। ਅਤੇ ਉਸ ਤੋਂ ਪਤਾ ਲੱਗਦਾ ਵੀ ਕਿ ਸਾਡੀਆਂ ਪੁਲਿਸ ਜਾਂ ਸਾਡੇ ਜਿਹੜੇ ਸਾਰੀ ਕੇਂਦਰੀ ਜਾਂਚ ਏਜੰਸੀਆਂ ਕਿਸ ਤਰ੍ਹਾਂ ਕੰਮ ਕਰ ਰਹੀਆਂ ਨੇ, ਜੋ ਕਿ ਬਹੁਤ ਹੀ ਸਵਾਗਤਯੋਗ ਹੈ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਇੱਕ ਵੱਡੀ ਖੇਪ ਗੁਜਰਾਤ ਦੀ ਬੰਦਰਗਾਹ ਤੋਂ ਜਿਹੜੀ ਹੈ ਸਤੰਬਰ 2021 ਵਿੱਚ ਫੜੀ ਗਈ ਸੀ। ਜੇ ਦੇਖੀਏ ਤਾਂ ਉਹ ਖੇਪ ਵੀ 3000 ਕਿਲੋ ਦੀ ਸੀਗੀ, ਜਦੋਂ 3000 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਹੈਗੀ ਹੈ ਪੁਲਿਸ ਨੇ ਫੜੀ ਸੀ। ਉਸ ਦੀ ਬਾਜ਼ਾਰੂ ਕੀਮਤ ਦੀ ਗੱਲ ਕਰੀਏ ਤਾਂ ਉਸ ਦੀ ਬਾਜ਼ਾਰੂ ਕੀਮਤ 21000 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਕਿ ਇਸ ਤਰ੍ਹਾਂ ਦੇਖੀਏ ਤਾਂ ਪਿਛਲੇ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਲਗਭਗ ਜਿਹੜਾ ਹੈਗਾ ਇਹ 3400 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਫੜੀ ਜਾ ਚੁੱਕੀ ਹੈ। ਅਤੇ ਇਸ ਦੀ ਕੀਮਤ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ 24 ਤੋਂ 25000 ਕਰੋੜ ਰੁਪਏ ਜਿਹੜੀ ਹੈਗੀ ਹੈ ਦੇ ਕਰੀਬ ਬਣਦੀ ਹੈ। ਇਸ ਦੇ ਨਾਲ ਹੀ ਦੇਖੀਏ ਤਾਂ ਮੁੰਬਈ ਦੀ ਜਿਹੜੀ ਬੰਦਰਗਾਹਾਂ ਤੋਂ ਵੀ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਸਾਡੇ ਸਪਲਾਈ ਕੀਤੇ ਜਾ ਰਹੇ ਨੇ, ਜਿਸ ਨੂੰ ਪੁਲਿਸ ਵੱਲੋਂ ਫੜਿਆ ਗਿਆ। ਅਤੇ ਇਸ ਤੋਂ ਪਤਾ ਲੱਗਦਾ ਵੀ ਕਿ ਕਿੰਨਾ ਵੱਡੇ ਪੱਧਰ 'ਤੇ ਨਸ਼ਿਆਂ ਦੇ ਕਾਰੋਬਾਰੀ ਆਪਣੇ ਜਿਹੜਾ ਸਿਸਟਮ ਚਲਾ ਰਹੇ ਨੇ, ਨਸ਼ਿਆਂ ਨੂੰ ਸਪਲਾਈ ਕਰਨ ਲੱਗੇ ਹੋਏ ਨੇ। ਪਰ ਸਾਡੀ ਇਹ ਪੁਲਿਸ ਪਹਿਲਾਂ ਉਹਨਾਂ ਨੂੰ ਫੜਨ 'ਚ ਕਾਮਯਾਬ ਨਹੀਂ ਹੋ ਪਾ ਰਹੀ ਸੀ, ਅਤੇ ਹੁਣ ਕਿਤੇ ਨਾ ਕਿਤੇ ਪੁਲਿਸ ਜਿਹੜੀ ਹੈਗੀ ਹੈ ਉਹਨਾਂ ਨੂੰ ਫੜਨ 'ਚ ਕਾਮਯਾਬ ਹੋ ਰਹੀ ਹੈ। ਪਰ ਦੋਸਤੋ ਵੱਡਾ ਸਵਾਲ ਇਹ ਖੜਾ ਹੁੰਦਾ, ਸਾਡੇ ਪੰਜਾਬ ਦੀ ਜਵਾਨੀ ਜਿਹੜੀ ਹੈਗੀ ਹੈ ਨਸ਼ਿਆਂ 'ਚ ਡੁੱਬ ਚੁੱਕੀ ਹੈ, ਉਹ ਨਸ਼ੇ ਕਰਨ ਦੇ ਆਦੀ ਹੋ ਚੁੱਕੀ ਹੈ। ਸਾਡੀਆਂ ਸਰਕਾਰਾਂ, ਚਲੋ ਇਹ ਬਹੁਤ ਹੀ ਸ਼ਲਾਘਾਯੋਗ ਹੈ ਵੀ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਤੋੜਨ ਲੱਗੀ ਹੋਈ ਹੈ, ਕਾਰੋਬਾਰੀਆਂ ਨੂੰ ਰੋਕ ਰਹੀ ਹੈ, ਪਰ ਸਾਡੇ ਨੌਜਵਾਨੀ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਲਈ ਸਰਕਾਰਾਂ ਦੇ ਕੋਈ ਕਦਮ ਦਿਖਾਈ ਨਹੀਂ ਦੇ ਰਹੇ, ਨਾ ਉਸ ਤਰ੍ਹਾਂ ਦੀ ਪਲੈਨਿੰਗ ਦਿਖਾਈ ਦੇ ਰਹੀ ਹੈ। ਭਾਵੇਂ ਹੁਣ ਤੱਕ ਜਿਹੜਾ ਹੈਗਾ ਸਰਕਾਰਾਂ ਵੱਲੋਂ ਪੰਜਾਬ ਭਰ 'ਚ ਨਸ਼ਾ ਮੁਕਤੀ ਕੇਂਦਰ ਵੱਡੇ ਪੱਧਰ 'ਤੇ ਚਲਾਏ ਜਾ ਰਹੇ ਨੇ, ਔਟ ਸੈਂਟਰ ਚਲਾਏ ਜਾ ਰਹੇ ਨੇ, ਪਰ ਉੱਥੇ ਵੱਡੀ ਗੱਲ ਇਹ ਹੈ ਨਸ਼ਾ ਮੁਕਤੀ ਕੇਂਦਰਾਂ 'ਚ ਜੋ ਸਹੂਲਤਾਂ ਨੌਜਵਾਨਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਨਹੀਂ ਮਿਲ ਰਹੀਆਂ। ਕਿਉਂਕਿ ਇੱਕ ਨੌਜਵਾਨ ਨੂੰ ਨਸ਼ਿਆਂ ਦੇ ਦਲਦਲ 'ਚੋਂ ਬਾਹਰ ਕੱਢਣ ਲਈ ਸਿਰਫ ਦਵਾਈ ਦੇ ਕੇ ਜਾਂ ਇੱਕ ਵੱਖਰੀ ਥਾਂ 'ਤੇ ਰੱਖ ਕੇ ਜਿਹੜਾ ਉਹਨੂੰ ਨਹੀਂ ਗੁਜ਼ਾਰਾ ਕੀਤਾ ਜਾ ਸਕਦਾ, ਉਸ ਨੂੰ ਨਸ਼ਿਆਂ ਦੇ ਦਲਦਲ 'ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਜਦੋਂ ਕਿ ਲੋੜ ਹੈ ਇੱਕ ਨੌਜਵਾਨ ਨੂੰ ਨਸ਼ਿਆਂ ਦੇ ਦਲਦਲ 'ਚੋਂ ਬਾਹਰ ਕੱਢਣ ਲਈ, ਉਸ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਦੀ, ਉਸ ਨੂੰ ਸਰੀਰਕ ਪੱਖੋਂ ਜਿਹੜਾ ਹੈਗਾ ਮਜ਼ਬੂਤ ਕਰਨ ਦੀ, ਕੋਈ ਕੰਮਕਾਰ ਕਰਨ ਦਾ ਆਦੀ ਬਣਾਉਣ ਦੀ, ਤਾਂ ਜੋ ਇਹਨਾਂ ਸਾਰੀਆਂ ਚੀਜ਼ਾਂ ਨਾਲ ਮਿਲ ਕੇ ਜਿਹੜਾ ਹੈਗਾ ਸਾਡੇ ਨੌਜਵਾਨ ਨਸ਼ੇ ਦੇ ਦਲਦਲ 'ਚੋਂ ਬਾਹਰ ਆ ਸਕਣ। ਪਰ ਸਾਡੀਆਂ ਸਰਕਾਰਾਂ ਇਸ ਤਰ੍ਹਾਂ ਦੀ ਜਿਹੜੀ ਪਲੈਨਿੰਗ, ਇਸ ਤਰ੍ਹਾਂ ਹੀ ਵਿਊਤਬੰਦੀ ਕਰਨ 'ਚ ਕਾਮਯਾਬ ਨਹੀਂ ਹੋ ਪਾ ਰਹੀਆਂ। ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਜਿਹੜਾ ਹੈਗਾ ਨਸ਼ੇ ਦੀ ਛੱਡਣ ਲਈ ਦਵਾਈਆਂ ਤਾਂ ਦਿੱਤੀ ਜਾ ਰਹੀਆਂ, ਪਰ ਗੱਲ ਕਰੀਏ ਉਹਨਾਂ ਦੀ ਕਾਉਂਸਲਿੰਗ ਨਹੀਂ ਉਸ ਤਰ੍ਹਾਂ ਹੋ ਰਹੀ ਜਿਸ ਤਰ੍ਹਾਂ ਕਾਉਂਸਲਿੰਗ ਹੋਣੀ ਚਾਹੀਦੀ ਹੈ। ਉਹਨਾਂ ਨੂੰ ਫਿਜ਼ੀਕਲੀ ਜਾਂ ਸਰੀਰਕ ਤੌਰ 'ਤੇ ਕਸਰਤ ਕਰਨ ਲਈ ਜਾਂ ਹੋਰ ਜੋ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਉਹ ਨਹੀਂ ਮੁਹੱਈਆ ਕਰਵਾਈ ਜਾ ਰਹੀ। ਇਸ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੇ ਜਿਹੜੇ ਹੈਗੇ ਵਿਊਤਬੰਦੀ ਦੀ ਲੋੜ ਹੈ ਉਹ ਨਹੀਂ ਹੋ ਰਹੇ। ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਭਰ 'ਚ ਔਟ ਸੈਂਟਰ ਤਾਂ ਬਹੁਤ ਖੋਲ੍ਹੇ ਗਏ ਨੇ, ਜਿੱਥੋਂ ਨਸ਼ੇ ਕਰਨ ਦੇ ਆਦੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨਸ਼ੇ ਛੱਡਣ ਲਈ ਜਿਹੜਾ ਗੋਲੀਆਂ ਦਿੱਤੀਆਂ ਜਾ ਰਹੀਆਂ। ਪਰ ਵੱਡੀ ਗੱਲ ਇਹ ਹੈ ਵੀ ਕਿ ਨਸ਼ਿਆਂ ਦੀ ਗੋਲੀਆਂ ਦਿੱਤੀਆਂ ਜਾ ਰਹੀਆਂ ਕਿ ਜਿੱਥੇ ਨੌਜਵਾਨ ਵੱਲੋਂ ਰੋਜ਼ ਜਾ ਕੇ ਉੱਥੇ ਜਿਹੜਾ ਹੈਗਾ ਇੱਕ ਟਾਈਮ ਦੀ ਜਾਂ 2 ਟਾਈਮ ਦੀ ਜਿਹੜੀ ਉਹਨਾਂ ਨੂੰ ਗੋਲੀਆਂ ਰੋਜ਼ਾਨਾ ਦਿੱਤੀਆਂ ਜਾਂਦੀਆਂ, ਕਿ ਉਹਨਾਂ ਨੂੰ ਇਕੱਠੇ ਕਦੀ ਨਹੀਂ ਦਿੱਤੀ ਜਾਂਦੀ। ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਰਹੇ ਨੇ ਵੀ ਕਿ ਨੌਜਵਾਨ ਜਿਹੜਾ ਹੈਗਾ ਜ਼ਿਆਦਾਤਰ ਸਮਾਂ ਉੱਥੇ ਲਾਈਨਾਂ 'ਚ ਖੜੇ ਉੱਥੇ ਭੀੜ ਦੇ ਵਿੱਚ ਜੁਟੇ ਹੋਏ ਦਿਖਾਈ ਦਿੰਦੇ ਨੇ। ਉਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ। ਪਰ ਵੱਡੀ ਗੱਲ ਇਹੀ ਕਰੀਏ ਵੀ ਕਿ ਜਿਸ ਤੋਂ ਆਪਾਂ ਮੁੱਦੇ ਦੀ ਸ਼ੁਰੂਆਤ ਕੀਤੀ ਸੀ ਕਿ ਸਾਡੀ ਬੰਦਰਗਾਹਾਂ ਤੋਂ ਜਿਹੜਾ ਇਹ ਨਸ਼ੇ ਦੀ ਸਪਲਾਈ ਲਾਈਨ ਚੱਲ ਰਹੀ ਹੈ, ਅਤੇ ਸਾਡੀਆਂ ਸੂਬਾ ਪੁਲਿਸ ਕਹਿ ਲਈਏ ਜਾਂ ਹੋਰ ਤੰਤਰ ਜਿਹੜਾ ਕੇਂਦਰੀ ਜਾਂਚ ਏਜੰਸੀਆਂ ਵਗੈਰਾ ਉਸ ਨੂੰ ਰੋਕਣ 'ਚ ਕਾਮਯਾਬ ਹੋ ਪਾ ਰਹੀਆਂ। ਅਤੇ ਪਰ ਆਸ ਇਹੀ ਕਰਨ ਦੀ ਲੋੜ ਹੈ ਵੀ ਕਿ ਅੱਜ ਇਹਨਾਂ ਵੱਲੋਂ ਭਾਵੇਂ
ਨਸ਼ਿਆਂ ਦੀ ਵੱਡੀ ਖੇਪ ਫੜੀ ਜਾ ਰਹੀ ਹੈ। ਕੀ ਇਸ ਮੁਹਿੰਮ ਨੂੰ ਭਵਿੱਖ ਦੇ ਵਿੱਚ ਵੀ ਜਾਰੀ ਰੱਖਿਆ ਜਾਵੇਗਾ? ਭਵਿੱਖ ਦੇ ਵਿੱਚ ਜਾਰੀ ਰੱਖਣ ਦੇ ਨਾਲ ਹੀ ਭਾਵੇਂ ਇਹ ਜਿਹੜੀ ਪਤਾ ਹੈ ਵੀ ਕਿ ਨਸ਼ਿਆਂ ਦੀ ਸਪਲਾਈ ਪਾਕਿਸਤਾਨ, ਅਫਗਾਨਿਸਤਾਨ ਜਾਂ ਹੋਰ ਤੋਂ ਕੀਤੀ ਜਾ ਰਹੀ ਹੈ, ਵੀ ਕਿ ਇਹ ਨਸ਼ੇ ਕਿਸ ਵੱਲੋਂ ਮੰਗਾਏ ਜਾ ਰਹੇ ਨੇ, ਕਿਸ ਕੋਲ ਸਪਲਾਈ ਕੀਤੇ ਜਾਣੇ ਸੀ ਜਾਂ ਕਿਸ ਨੇ ਸਪਲਾਈ ਕਰਨੇ ਸੀ, ਕੀ ਪੁਲਿਸ ਦੀ ਜਾਂਚ ਉੱਥੇ ਤੱਕ ਵੀ ਪਹੁੰਚ ਸਕੇਗੀ? ਇਹ ਕਈ ਤਰ੍ਹਾਂ ਦੇ ਵੱਡੇ ਸਵਾਲ ਜਿਹੜੇ ਨੇ ਹਲੇ ਵੀ ਖੜੇ ਨੇ, ਜੋ ਕਿ ਖੜੇ ਰਹਿਣਗੇ, ਕਿਉਂਕਿ ਪੁਲਿਸ ਦੀ ਜਾਂਚ ਉਸ ਪਾਸੇ ਜਾਂਦੀ ਦਿਖਾਈ ਨਹੀਂ ਦੇ ਰਹੀ। ਇਸ ਲਈ ਲੋੜ ਹੈ ਪੁਲਿਸ ਨੂੰ ਉਹ ਵੀ ਦੇਖਣ ਦੀ ਵੀ ਕਿ ਨਸ਼ਿਆਂ ਦੀ ਸਪਲਾਈ ਕਿਸ ਕੋਲ ਕੀਤੀ ਜਾਣੀ ਸੀ, ਕਿਸ ਵੱਲੋਂ ਕੀਤੀ ਜਾ ਰਹੀ ਸੀ। ਉਸ ਲਈ ਵੀ ਪੁਲਿਸ ਜਿਹੜਾ ਹੈ ਬਣਦਾ ਕੰਮ ਕਰੇ ਤੇ ਇਸ ਦੇ ਨਾਲ ਹੀ ਜਿਹੜਾ ਹੈ ਇਸ ਤਰ੍ਹਾਂ ਦੀ ਮੁਹਿੰਮ ਨੂੰ ਲਗਾਤਾਰ ਜਾਰੀ ਰੱਖੇ, ਕਿਉਂਕਿ ਅਕਸਰ ਇਹ ਗੱਲ ਦੇਖੀ ਜਾਂਦੀ ਹੈ ਕਿ ਪੁਲਿਸ 4 ਦਿਨ ਕਾਰਵਾਈ ਕਰਦੀ ਹੈ, 5ਵੇਂ ਦਿਨ ਚੁੱਪ ਕਰਕੇ ਬਹਿ ਜਾਂਦੀ ਹੈ, ਫਿਰ ਉਸ ਤੋਂ ਬਾਅਦ ਉਹੀ ਪੁਰਾਣੀ ਰਵਾਇਤ 'ਤੇ ਆ ਜਾਂਦੀ ਹੈ। ਕਿਉਂਕਿ ਨਸ਼ੇ ਕਰਨ ਦੇ ਆਦੀ ਆ, ਜਿਹੜੇ ਨਿੱਤ ਨਸ਼ੇ ਕਰਦੇ ਨੇ, ਉਹਨਾਂ 'ਤੇ ਤਾਂ ਬਹੁਤ ਵੱਡੀ ਗਿਣਤੀ 'ਚ ਪਰਚੇ ਦਰਜ ਕੀਤੇ ਜਾਂਦੇ ਨੇ, ਪਰ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ, ਨਸ਼ੇ ਦੇ ਸੁਦਾਗਰ ਨੇ, ਉਹਨਾਂ ਨੂੰ ਪੁਲਿਸ ਨਹੀਂ ਫੜ ਪਾਉਂਦੀ, ਨਾ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ, ਨਾ ਕੇਸ ਦਰਜ ਕਰਦੀ ਹੈ। ਉਸ ਨੂੰ ਲੈ ਕੇ ਜਿਹੜਾ ਹੈਗਾ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਇਸ ਦੇ ਨਾਲ ਹੀ ਵੱਡੀ ਗੱਲ ਇਹ ਵੀ ਖੜੀ ਹੁੰਦੀ ਹੈ ਵੀ ਕਿ ਨਸ਼ਿਆਂ ਦੀ ਸਪਲਾਈ ਜਿਹੜਾ ਹੈ ਕੋਈ ਵੀ ਸਿੱਧਾ ਨਹੀਂ ਚੱਲਦੀ। ਇਸ ਪਿੱਛੇ ਕੋਈ ਨਾ ਕੋਈ ਸਿਆਸੀ ਆਗੂ, ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਧਿਕਾਰੀ ਕਿਸੇ ਨਾ ਕਿਸੇ ਦੀ ਦੇਖੀਏ ਤਾਂ ਪਨਾਹ ਵੀ ਦੇਖਣ ਨੂੰ ਮਿਲਦੀ ਹੈ, ਮਿਲੀ ਭੁਗਤ ਦੇਖਣ ਨੂੰ ਮਿਲਦੀ ਹੈ, ਪਰ ਅੱਜ ਤੱਕ ਕਿਸੇ ਵੀ ਵੱਡੇ ਸਿਆਸੀ ਆਗੂ 'ਤੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਸਖਤ ਕਾਰਵਾਈ ਜਿਹੜਾ ਹੁੰਦੀ ਦਿਖਾਈ ਨਹੀਂ ਦਿੱਤੀ। ਭਾਵੇਂ ਪਿਛਲੇ ਕੁਝ ਸਮੇਂ 'ਚ ਕੁਝ ਸਿਆਸੀ ਆਗੂਆਂ ਨੂੰ ਗ੍ਰਿਫਤਾਰ ਜ਼ਰੂਰ ਕੀਤਾ ਗਿਆ, ਪਰ ਅੱਜ ਤੱਕ ਕਦੇ ਇਹ ਨਹੀਂ ਦੇਖਣ ਨੂੰ ਮਿਲਿਆ ਕਿਸੇ ਸਿਆਸੀ ਆਗੂ ਨੂੰ ਇਸ ਤਰ੍ਹਾਂ ਦੇ ਮਾਮਲੇ ਜਿਹੜਾ ਹੈ ਕਦੀ ਸਜ਼ਾ ਹੋਈ ਹੋਵੇ ਜਾਂ ਉਸ 'ਤੇ ਕਿਸ ਤਰ੍ਹਾਂ ਦੀ ਵੱਡੀ ਕਾਰਵਾਈ ਹੋਵੇ। ਇਹ ਵੀ ਦੇਖਣਾ ਪਵੇਗਾ ਵੀ ਕਿ ਪੁਲਿਸ ਵੱਲੋਂ ਗ੍ਰਿਫਤਾਰੀਆਂ ਤਾਂ ਕਰ ਲਈਆਂ ਜਾਂਦੀਆਂ ਨੇ, ਪਰ ਉਹਨਾਂ ਨੂੰ ਸਜ਼ਾ ਨਹੀਂ ਹੋ ਪਾਉਂਦੀ, ਅਦਾਲਤਾਂ ਵਿੱਚੋਂ ਬਰੀ ਹੋ ਜਾਂਦੇ ਨੇ। ਕੀ ਉਹਨਾਂ ਨੂੰ ਅਦਾਲਤਾਂ ਵਿੱਚੋਂ ਸਜ਼ਾਵਾਂ ਵੀ ਹੋਣਗੀਆਂ, ਉਹਨਾਂ ਦੇ ਮਾਮਲੇ ਜਿਹੜਾ ਹੈ ਅੱਗੇ ਚੱਲ ਸਕਣਗੇ? ਇਸ ਤਰ੍ਹਾਂ ਦੇ ਹਲੇ ਵੀ ਕਈ ਤਰ੍ਹਾਂ ਦੇ ਸਵਾਲ ਜਿਹੜਾ ਨੇ ਖੜੇ ਦਿਖਾਈ ਦੇ ਰਹੇ ਨੇ। ਹੁਣ ਲੋੜ ਇਹੀ ਹੈ, ਪੰਜਾਬ ਪੁਲਿਸ ਦੀ ਸੂਹ 'ਤੇ ਜਿਹੜਾ ਪਿਛਲੇ 3-4 ਦਿਨਾਂ 'ਚ ਲਗਭਗ 148 ਕਿਲੋ ਹੈਰੋਇਨ ਫੜੀ ਗਈ ਹੈ, ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇ, ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੀ ਵੱਡੀ ਸਪਲਾਈ ਲਾਈਨ ਚੱਲ ਰਹੀ ਹੈ ਉਸ ਨੂੰ ਤੋੜਿਆ ਜਾ ਸਕੇ ਤੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ 'ਚੋਂ ਬਾਹਰ ਕੱਢਿਆ ਜਾ ਸਕੇ। ਹੁਣ ਦੇਖਣਾ ਇਹੀ ਹੋਵੇਗਾ ਕਿ ਸਰਕਾਰਾਂ ਇਸ ਸਪਲਾਈ ਲਾਈਨ ਨੂੰ ਤੋੜਨ ਲਈ ਜਿਸ ਤਰ੍ਹਾਂ ਹੁਣ ਕੰਮ ਕਰ ਰਹੀਆਂ ਨੇ, ਕਿ ਇਹ ਭਵਿੱਖ ਵਿੱਚ ਵੀ ਕਰਦੀਆਂ ਰਹਿਣਗੀਆਂ। ਇਹ ਇੱਕ ਵੱਡਾ ਸਵਾਲ ਬਣਿਆ ਰਹੇਗਾ ਤੇ ਸਰਕਾਰਾਂ ਨੂੰ ਸਦਾ ਹੀ ਜਿਹੜਾ ਇਸ ਸਵਾਲ ਦਾ ਜਵਾਬ ਦੇ ਰਹਿਣਗੀਆਂ ਤੇ ਉਹਨਾਂ ਨੂੰ ਜਵਾਬ ਦੇਣਾ ਪਵੇਗਾ। ਪਰ ਪੰਜਾਬੀ ਟ੍ਰਿਬਿਊਨ ਸਮੇਂ-ਸਮੇਂ 'ਤੇ ਤੁਹਾਡੇ ਤੱਕ ਹਰ ਮੁੱਦੇ, ਹਰ ਮਸਲੇ ਨੂੰ ਲਿਆਂਦਾ ਰਹੇਗਾ, ਉਭਾਰਦਾ ਰਹੇਗਾ। ਸਾਡੇ ਨਾਲ ਜੁੜੇ ਰਹੋ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।